Good morning students. Once again welcome to my YouTube channel. Today we are discussing about to the chapter name is the Tiger in the Tunnel part first. This is a lesson related to the class 11th new syllabus of the general English. In this chapter I am explain their lesson as well as their question answers. So all viewers, we are watch this video till end and note down their important question answer in your copies. Now we are starting from this session. The chapter name is the Tiger in the Tunnel, written by the Ruskin Bond. We know that the Ruskin Bond, an Indian writer of the short stories involved in the novel in English। ਵੀ ਜਿਹੜਾ ਰੈਸਕਿਨ ਬੌਂਡਸ ਨੇ ਉਹ ਇੰਡੀਆ ਦੇ ਇੱਕ ਫੇਮਸ ਰਾਈਟਰ ਨੇ ਜਿਨ੍ਹਾਂ ਨੇ ਬਹੁਤ ਛੋਟੀਆਂ ਛੋਟੀਆਂ ਕਹਾਣੀਆਂ ਤੇ ਨੋਵਲਸ ਲਿਖੇ ਨੇ ਇੰਗਲਿਸ਼ ਦੇ ਵਿੱਚ। ਉਹ ਫਸਟ ਨੋਵਲ ਸੀਗਾ ਰੂਮ ਔਨ ਆ ਰੂਫ, ਵੀ ਛੱਤ ਦੇ ਉੱਤੇ ਇੱਕ ਕਮਰਾ, ਜਿਹੜਾ ਕਿ ਲਿਖਿਆ ਸੀਗਾ ਉਹਨਾਂ ਨੇ 19ਵੀਂ ਸਦੀ ਦੇ ਵਿੱਚ। ਅਤੇ ਇਹਨਾਂ ਨੂੰ ਇੰਡੀਆ ਦੇ ਵਿੱਚ ਜੌਨ ਲੇਬਰੀਅਨਸ ਪ੍ਰਾਈਜ਼ ਮਿਲਿਆ ਸੀਗਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕਈ ਤਰ੍ਹਾਂ ਦੇ ਨੋਵਲਸ ਹੋਰ ਵੀ ਲਿਖੇ ਅਤੇ ਆਪਣੀਆਂ ਸ਼ਾਰਟ ਸਟੋਰੀਆਂ ਨੂੰ ਹੋਰ ਵੀ ਐਕਸਪਲੇਨ ਕੀਤਾ ਅਤੇ ਉਹਨਾਂ ਨੂੰ ਪਬਲਿਸ਼ ਕਰਵਾਇਆ। ਦੀ ਟਾਈਗਰ ਇਨ ਅ ਟਨਲ ਕਹਿੰਦੇ ਇੱਕ ਸਟੋਰੀ ਹੈ ਇੱਕ ਪਰਸਨ ਦੀ, ਕਿਸ ਤਰੀਕੇ ਨਾਲ ਉਹਨੇ ਬਰੇਵਲੀ ਫੇਸ ਕਰਦੇ ਹੋਏ ਜਿਹੜਾ ਇੱਕ ਟਾਈਗਰ ਸੀਗਾ ਉਹਨੂੰ ਰੇਲਵੇ ਟਨਲ 'ਚੋਂ ਕਿਵੇਂ ਬਾਹਰ ਕੱਢਿਆ। ਅਤੇ ਬਟ ਹੀ ਹਿਮਸੈਲਫ ਕਿਲਡ ਬਾਏ ਦੀ ਐਨੀਮਲਸ ਇਨ ਦੀ ਇਨਕਾਊਂਟਰ। ਕਹਿੰਦੇ ਇਸ ਦੇ ਵਿੱਚ ਸਾਨੂੰ ਵੀ ਪਤਾ ਵੀ ਜਿਹੜੇ ਬੰਦੇ ਨੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਐਨੀਮਲ ਨੂੰ ਮਾਰ ਦਿੰਦੇ ਆ। ਪਰ ਹਿਸ ਸਨ ਆਫ ਦੀ ਮਿਰਰ ਇਜ਼ filled with the grief over his father's death, but he does not to be allow the grief into the intimates। ਇਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਉਹ ਬੱਚਾ ਆਪਣੇ ਪਿਤਾ ਦੀ ਮੌਤ ਦਾ ਵੀ ਕਿਵੇਂ ਕਿਸ ਤਰੀਕੇ ਨਾਲ ਲੜਦਾ ਵਾ, ਉਹ ਕਿਸ ਤਰੀਕੇ ਨਾਲ ਬਰੇਵਲੀ ਫੇਸ ਕਰਦਾ ਵਾ ਅਤੇ ਆਪਣੀ ਰਿਸਪੋਂਸੀਬਿਲਿਟੀ ਨੂੰ ਪੂਰਾ ਕਰਦਾ ਵਾ। ਇਸ ਚੀਜ਼ ਉੱਤੇ ਚੈਪਟਰ ਬੇਸਡ ਆ। ਚੈਪਟਰ ਸਟਾਰਟ ਹੁੰਦਾ ਵਾ there was no moon in that night, that was the deathly stillness of to the surrounding jungle by the broken only to the occasion by the skills crying off to the cardia. Sometimes the more far off me came to the hollows to the hampering of the woodkeepers carried along in the fate's freeze, but these sounds are to be rare in the silence of the forest, always returns to the swallows them up। ਕਹਿੰਦੇ ਉਸ ਦਿਨ ਜਿਹੜਾ ਉਸ ਰਾਤ ਨੂੰ ਕੀ ਸੀਗਾ, ਚਾਨਣੀ ਨਿਕਲਿਆ ਸੀ, ਚਾਰੇ ਪਾਸੇ ਜੰਗਲ ਦੇ ਵਿੱਚ ਭਿਆਨਕ ਸ਼ਾਂਤੀ ਜੀ ਛਾਈ ਹੋਈ ਸੀ। ਰਹਿ ਕੇ ਜਿਹੜੇ ਬਿੰਡੇ ਸੀਗੇ ਜਾਂ ਟਿੱਡੀਆਂ ਸੀਗੀਆਂ, ਤਿੱਖੀਆਂ ਜਿਹੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ, ਭਿਅੰਕਰ ਜਿਹੀਆਂ ਮੱਧਵੀਂ ਆਵਾਜ਼ ਚੱਲ ਰਹੀ ਸੀ, ਜਿਹਦੇ ਵਿੱਚ ਜਿਹੜੇ ਚਿੜੀਆਂ ਸੀਗੀਆਂ ਜਾਂ ਪੰਛੀ ਸੀਗੇ ਉਹ ਬੜੀ ਛੋਟੀ ਆਵਾਜ਼ ਦੇ ਵਿੱਚ ਗਾ ਰਹੇ ਸੀਗੇ। ਜਿਹੜੀ ਆਵਾਜ਼ਾਂ ਸੀਗੀਆਂ ਉਹ ਬੜੀਆਂ ਬਿਰਲੀਆਂ ਜਿਹੀਆਂ ਆ ਰਹੀਆਂ ਸੀ ਅਤੇ ਜਿਹੜਾ ਜੰਗਲ ਦੇ ਵਿੱਚ ਜਿਹੜੀ ਸ਼ਾਂਤੀ ਦੁਬਾਰਾ ਮਿਟਾ ਦਿੰਦੀਆਂ ਸੀਗੀਆਂ ਜਦੋਂ ਉਹ ਬੋਲਦੇ ਸੀ। ਆਹ ਦਿਖਾਈ ਗਈ ਆ ਟਰਨਲ ਇੱਕ, ਜਿਹਦੇ ਵਿੱਚ ਇੱਕ ਟਾਈਗਰ ਨੂੰ ਸ਼ੋਅ ਕੀਤਾ ਗਿਆ ਵਾ। ਨੈਕਸਟ ਕੀ ਆ, ਬਲੀਡੀਓ ਆਫ ਟੂ ਦੀ ਵਾਚਿੰਗ ਮੈਨ। ਬਲਦੇਵ ਆਉਣਾ ਸੀ ਵੈਸੇ ਇੱਥੇ। ਬਲਦੇਵ ਜਿਹੜੇ ਸੀਗੇ ਉਹ ਵਾਚਮੈਨ ਸੀਗੇ ਜਿਹੜੇ ਕਿ ਉਸ ਚੀਜ਼ ਨੂੰ ਦੇਖਦੇ ਸੀ। ਸਟ੍ਰੈਚ ਹਿਮਸੈਲਫ ਟੂ ਦੀ ਸਲੋਲੀ ਅਨਵਾਈਡਿੰਗ ਐਂਡ ਹੈਵੀਲੀ ਟੂ ਦੀ ਸ਼ੈਲੋਜ਼ ਦੈਟ ਟੂ ਦੀ ਕਵਰਡ ਵਿਦ ਹਿਮ ਲਾਈਕ ਟੂ ਦੀ ਸ਼ੈਲਡ। ਇਟ was to the close on to the midnight and chill air made him to the slaver. The station and a small sex back by the heavily jungles add to the stations the name only for the train only to the stop there if at all for a few seconds before trying to the deep cutting and led to the tunnel. The mostly trains merely slow down before taking to the shape curves before to the cutting। ਕਹਿੰਦੇ ਇੱਥੇ ਜਿਹੜੀ ਇੱਕ ਬਲਦੇਵ ਸੀਗਾ ਜਿਹੜਾ ਕਿ ਉਹਦਾ ਪਹਿਰੇਦਾਰ ਸੀ, ਉੱਥੇ ਰੱਖਦਾ ਹੁੰਦਾ ਸੀ, ਉਹਦੇ ਪੂਰੀ ਜ਼ਿੰਮੇਵਾਰੀ ਹੁੰਦੀ ਸੀ। ਉਹ ਜਿਹੜਾ ਸੀ ਉੱਥੇ ਰਹਿੰਦਾ ਹੁੰਦਾ ਸੀ ਅਤੇ ਉਹਨੂੰ ਇਸ ਤਰੀਕੇ ਨਾਲ ਲੱਗਦਾ ਹੁੰਦਾ ਸੀ ਵੀ ਜਿਵੇਂ ਕੀ ਹੈ ਕਫਨ ਦੀ ਤਰ੍ਹਾਂ ਵਾ, ਜਿੱਥੇ ਕੋਈ ਆਵਾਜ਼ ਨਹੀਂ ਆਉਂਦੀ। ਅੱਧੀ ਰਾਤ ਦਾ ਵੇਲਾ ਹੁੰਦਾ ਸੀ, ਠੰਡੀ ਹਵਾ ਚੱਲਦੀ ਹੁੰਦੀ ਹੈ, ਸਰੀਰ ਦੇ ਵਿੱਚ ਕੰਬਣੀ ਜਿਹੀ ਛਿੜੀ ਹੁੰਦੀ ਸੀ। ਉਹਦਾ ਸਟੇਸ਼ਨ ਦੇ ਵਿੱਚ ਇੱਕ ਛੋਟੀ ਜਿਹੀ ਪਿੱਛੇ ਜਿਹੇ ਇੱਕ ਛੋਟੀ ਝੌਂਪੜੀ ਵਰਗਾ ਹੁੰਦਾ ਸੀ ਅਤੇ ਉਹਦੇ ਵਿੱਚ ਇੱਕ ਸੰਘਣਾ ਜੰਗਲ ਸੀਗਾ ਜਿਹੜਾ ਕਿ ਨਾਮਦਾਈ ਸਿਰਫ ਇੱਕ ਸਟੇਸ਼ਨ ਸੀਗਾ। ਅਤੇ ਉੱਥੇ ਗੱਡੀਆਂ ਕਦੇ ਕਵਾਰ ਹੀ ਰੁਕਦੀਆਂ ਸੀਗੀਆਂ ਅਤੇ ਉਹ ਵੀ ਕੁਛ ਪਲ ਦੇ ਲਈ। ਅਤੇ ਸੁਰੰਗ ਦੇ ਵਿੱਚ ਜਾਣ ਦੇ ਕਰਕੇ ਉਹ ਚਟਾਨਾਂ ਦੇ ਵਿੱਚੋਂ ਹੀ ਗੁਜ਼ਰਨ ਲਈ ਇੱਕ ਤੰਗ ਰਸਤਾ ਜਿਹਾ ਹੁੰਦਾ ਸੀਗਾ। ਤਾਂ ਕਰਕੇ ਰੇਲ ਗੱਡੀਆਂ ਉਹ ਤੰਗ ਰਸਤੇ 'ਤੇ ਸਿਰਫ ਤਿੱਖਾ ਜਿਹਾ ਮੋੜ ਕੱਢਣ ਦੇ ਲਈ ਉਹ ਹੌਲੀ ਹੋ ਜਾਂਦੀਆਂ ਸੀਗੀਆਂ, ਅਦਰਵਾਈਜ਼ ਉੱਥੇ ਜਿਹੜੀਆਂ ਟ੍ਰੇਨ ਸੀਗੀਆਂ ਉਹ ਨਹੀਂ ਰੁਕਦੀਆਂ ਸੀ। ਅੱਗੇ ਹੈ ਬਲਦੇਵ ਵਾਜ਼ ਟੂ ਦੇ ਰਿਸਪੋਂਸੀਬਲ ਫॉर ਸਿਗਨਲਿੰਗ ਵੈਦਰ ਔਰ ਨਾਟ ਟੂ ਬੀ ਅ ਟਨਲ was a clear for to the obstructions and his hard work of the signal stood before to the entrance at the night. It was his duty to see the lamp of to the burning and their overland mailing pass through to the safely. Shall I came to father told
told Tabu sleeping and saying lying huddling a corner of the hut। ਕਹਿੰਦੇ ਜਿਹੜਾ ਇਹੋ ਸੁਰੰਗ ਸੀਗੀ ਉਹ ਕੀ ਸੀਗੀ, ਰੁਕਾਵਟ ਤੋਂ ਮੁਕਤ ਕਰਾਉਣ ਦਾ ਕੰਮ ਜਿਹੜਾ ਸੀ ਉਹ ਬਲਦੇਵ ਦੀ ਜ਼ਿੰਮੇਵਾਰੀ ਸੀ। ਉਹ ਹੱਥ ਨਾਲ ਉਹ ਸਿਗਨਲ ਦੇ ਕੇ ਆਉਂਦੇ ਜਾਂਦੇ ਉਹਨਾਂ ਨੂੰ ਰੋਕ ਲੈਂਦਾ ਸੀ ਜਾਂ ਭੇਜ ਦਿੰਦਾ ਸੀ। ਰਾਤ ਦੇ ਉਹ ਇੱਕ ਦੀਵਾ ਜਿਹਾ ਜਲਾ ਕੇ ਗੱਡੀਆਂ ਜਿਹੜੀਆਂ ਡਾਕ ਗੱਡੀਆਂ ਹੁੰਦੀਆਂ ਸੀ ਉਹ ਗੁਜ਼ਰ ਜਾਂਦੇ ਹੁੰਦੇ ਸੀ ਉਹਨੂੰ ਦੱਸਦਾ ਹੁੰਦਾ ਸੀ। ਇੱਕ ਦਿਨ ਉਹਦਾ ਬੇਟਾ ਜਿਹੜਾ ਤੇਦੂ ਸੀਗਾ ਉਹ ਆਪਣੀ ਨੀਂਦ ਦੇ ਵਿੱਚ ਪੁੱਛਦਾ ਆਪਣੇ ਪਿਤਾ ਨੂੰ ਵੀ ਕੀ ਅੱਜ ਮੈਂ ਵੀ ਤੁਹਾਡੇ ਨਾਲ ਚੱਲਾਂ। ਉਹ ਝੌਂਪੜੀ ਦੇ ਕਾਰਨਰ ਦੇ ਉੱਤੇ ਬੈਠਾ ਸੀ ਤੇ ਉੱਥੋਂ ਬੋਲ ਰਿਹਾ ਸੀ। ਨੈਕਸਟ ਹੈ had you also be a helper to their home where his mother and small sisters are usually alone। they lived in the small table village of to the outskirts of the forest about the 3 miles of the station। there was the small rich field did not to provide them with the more of their bare living, and Baldev consider himself lucky to have got to the job in ਖਾਸਲੀ ਐਟ ਟੂ ਦੀਆਂ ਸਮਾਲ ਵੇ ਸਾਈਡਸ ਆਫ ਦੀਆਂ ਸਿਗਨਲ ਸਟਾਪ। ਕਹਿੰਦੇ ਵੀ ਉਹ ਜਿਹੜਾ ਬੱਚਾ ਸੀ ਉਹ 12 ਸਾਲ ਦਾ ਸੀਗਾ। ਉਹ ਆਪਣੇ ਪਿਤਾ ਉਹ ਹਮੇਸ਼ਾ ਆਪਣੇ ਪਿਤਾ ਨੂੰ ਸਟੇਸ਼ਨ ਦੇ ਵਿੱਚ ਨਹੀਂ ਸੌਂਦਾ ਸੀ, ਤਾਂ ਕਰਕੇ ਉਹ ਘਰ ਦੇ ਵਿੱਚ ਉਹਨੂੰ ਕਹਿੰਦਾ ਵੀ ਤੂੰ ਘਰ ਦੇ ਵਿੱਚ ਮਦਦ ਕਰਾ ਕਿਉਂਕਿ ਤੇਰੀ ਮਾਤਾ ਅਤੇ ਤੇਰੀ ਛੋਟੀ ਜਿਹੜੀ ਸਿਸਟਰ ਉਹ ਇਕੱਲੀ ਰਹਿ ਜੂਗੀ। ਅਤੇ ਜੰਗਲ ਦੇ ਬਾਹਰੀ ਕਿਨਾਰੇ 'ਤੇ ਇੱਕ ਛੋਟਾ ਜਿਹਾ ਆਦੀਵਾਸੀਆਂ ਦਾ ਪਿੰਡ ਦੇ ਵਿੱਚ ਰਹਿੰਦੇ ਸਨ ਅਤੇ ਉੱਥੇ ਜਿਹੜਾ ਸਟੇਸ਼ਨ ਸੀਗਾ ਉਹ 3 ਕਿਲੋਮੀਟਰ ਹੀ ਦੂਰ ਸੀਗਾ ਅਤੇ ਉੱਥੇ ਛੋਟੇ ਛੋਟੇ ਚੌਲ ਦੇ ਖੇਤ ਸੀ ਜਿਹੜੇ ਕਿ ਸਾਧਾਰਨ ਗੁਜ਼ਰ ਬਸਰ ਕਰਨ ਵਾਲਿਆਂ ਦੀ ਆਮਦਨ ਜੋਗੇ ਹੀ ਦੇ ਦਿੰਦੇ ਸੀ ਅਤੇ ਉਹ ਖਾ ਪੀ ਲੈਂਦੇ ਸੀ। ਅਤੇ ਬਲਦੇਵ ਜਿਹੜਾ ਸੀ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਸੀ ਕਿਉਂਕਿ ਉਹਨੂੰ ਰਾਹ ਕੱਢਣ ਦੇ ਲਈ ਜਿਹੜਾ ਸਿਗਨਲ ਸਟਾਪ ਹੁੰਦਾ ਸੀਗਾ ਉਹ ਖਾਲਸੀ ਦੀ ਨੌਕਰੀ ਵੀ ਮਿਲ ਗਈ ਸੀ। ਤਾਂ ਹੁਣ ਉੱਥੇ ਉਹ ਰਹਿੰਦਾ ਹੁੰਦਾ ਸੀ। ਅੱਗੇ ਹੈ the still doors the Baldev groped his lamp to his darkness and the flew about to the searching of the matches। when he had to produce the light he left the hut and closed to the door behind him and sat alone to the permanent way। Taboos had fallen asleep again। the Baldev wondered whether the lamps of to the signal post for the still alighting gathering of to the shells closer about him। he shuffled on and sometime alone of the rail the sometime along with the avast he longed to get back to his warm corner। ਕਹਿੰਦੇ ਜਿਹੜਾ ਬਲਦੇਵ ਸੀਗਾ ਉਹ ਕੀ ਸੀ, ਉਹ ਹਾਲੇ ਆਪਣੇ ਘਰ ਦੇ ਵਿੱਚੋਂ ਨਿਕਲਣਾ ਹੀ ਸੀ ਤਾਂ ਉਹ ਲਾਲਟੇਨ ਦੇ ਲਈ ਜਿਹੜੀ ਜਲਾਉਣ ਦੇ ਲਈ ਉਹ ਚੀਜ਼ ਲੱਭ ਰਿਹਾ ਸੀ, ਮਾਚੀਸ ਲੱਭ ਰਿਹਾ ਸੀ। ਇੱਧਰ ਉੱਧਰ ਉਹਨੇ ਹੱਥ ਹੁੱਥ ਮਾਰਿਆ ਅਤੇ ਉਸੇ ਸਮੇਂ ਜਿਹੜਾ ਲਾਲਟੇਨ ਜਿਹੜੀ ਸੀ ਉਹ ਝੌਂਪੜੀ ਤੋਂ ਬਾਹਰ ਆ ਗਿਆ ਅਤੇ ਉਸਨੇ ਆਪਣੇ ਬੂਹੇ ਦਾ ਦਰਵਾਜ਼ਾ ਹੀ ਹਾਲੇ ਭੇੜਿਆ ਸੀ ਅਤੇ ਉਹ ਰੇਲਵੇ ਸਟੇਸ਼ਨ ਜਿਹੜੀਆਂ ਰੇਲਵੇ ਲਾਈਨ ਸੀ ਉਹਦੇ ਕੰਢੇ ਕੰਢੇ ਤੁਰ ਕੇ ਜਾ ਰਿਹਾ ਸੀ। ਜਿਹੜਾ ਉਹਦਾ ਬੇਟਾ ਸੀ ਉਹ ਸੌਂ ਗਿਆ ਸੀਗਾ। ਬਲਦੇਵ ਨੂੰ ਸ਼ੱਕ ਸੀ ਵੀ ਜਿਹੜਾ ਸਿਗਨਲ ਵਾਲਾ ਖੰਭਾ ਵਾ ਰੱਖਿਆ ਗਿਆ ਉਹਦੇ ਵਿੱਚ ਦੀਵਾ ਅਜੇ ਜਗ ਨਹੀਂ ਰਿਹਾ ਸੀਗਾ ਜਾਂ ਨਹੀਂ। ਉਹਨੂੰ ਇਹ ਪਤਾ ਸੀ ਵੀ ਜਗਦਾ ਕਿ ਨਹੀਂ ਜਗਦਾ ਸੀ। ਉਹ ਸਾਲ ਦੇ ਵਿੱਚ ਜਿਹੜਾ ਗਿਰਦ ਸੀਗਾ ਉਹਨੂੰ ਆਪਣੇ ਕੱਛ ਦੇ ਵਿੱਚ ਲਪੇਟਦਾ ਹੋਇਆ ਲੜਖੜਾਉਂਦਾ ਹੋਇਆ ਅੱਗੇ ਵੱਲ ਨੂੰ ਵੱਧ ਗਿਆ ਅਤੇ ਕਈ ਵਾਰ ਤਾਂ ਉਹ ਰੇਲ ਦੀਆਂ ਜਿਹੜੀਆਂ ਪਟਰੀਆਂ ਉੱਪਰ ਸੀ ਉਹਦੇ 'ਤੇ ਤੁਰਦਾ ਹੁੰਦਾ ਸੀ, ਕਦੇ ਰੋੜਿਆਂ ਦੇ ਉੱਪਰ। ਅਤੇ ਨੈਕਸਟ ਆਹ ਦਿਖਾਇਆ ਹੈ ਇੱਕ ਟਨਲ ਦਾ ਸੀਨ ਜਿਹਦੇ ਵਿੱਚੋਂ ਕੀ ਹੈ ਇੱਕ ਰੇਲਵੇ ਲਾਈਨ ਜਿਹੜੀ ਆ ਉਹ ਕ੍ਰੋਸ ਹੋ ਰਹੀ ਆ। ਇਸ ਚੀਜ਼ ਦੇ ਉੱਤੇ ਹੀ ਉਹਦੀ ਡਿਊਟੀ ਸੀ। ਥਿੰਕਸ ਅਬਾਊਟ ਟੂ ਦੀ ਵਾਈਲਡ ਐਨੀਮਲਸ ਮਾਈਟਲੀ ਟੂ ਦੀ ਐਨਕਾਊਂਟਰ ਇਟ ਵਿਚ were to the supposed to the frequently in spot, but he hardly to the believed these stories, for since his arrived at to the place of month ago they had to be a course when to the panther, and only a few days ago to the villager had killed one of the spires and oxes। Baldev had to the occasionally hear to the sayings of to the panthers calling to its mates, and that they had to be not come near to the tunnel or shed। ਜਿਹੜਾ ਬਲਦੇਵ ਸੀਗਾ ਉਹਦੇ ਦਿਲ ਜਿਹੜਾ ਝੌਂਪੜੀ ਦੇ ਇੱਕ ਨਿੱਘ ਦੇ ਵਿੱਚ ਉਹ ਸ਼ਾਮਿਲ ਹੋ ਗਿਆ ਅਤੇ ਉਹ ਹਮੇਸ਼ਾ ਜਿਹੜਾ ਮੇਨ ਲਾਈਨ ਦੇ ਉੱਤੇ ਸੀ ਉਹਨੂੰ ਖਤਰੇ ਦੇ ਤਰੀਕੇ ਆਏ ਹੁੰਦੇ ਸੀਗੇ, ਜਿਵੇਂ ਚੱਟਾਨਾਂ ਦਾ ਵਿਚਾਰੋਂ ਗੁਜ਼ਰਨਾ ਸੀਗਾ, ਤੰਗ ਰਸਤਾ ਸੀਗਾ ਤਾਂ ਉਹ ਦੋਹੀ ਪਾਸੇ ਜਿਹੜੀਆਂ ਉੱਚੀ ਉੱਚੀਆਂ ਚੱਟਾਨਾਂ ਸੀਗੀਆਂ। ਦਾਖਲ ਹੋਣ ਮਗਰੋਂ ਵੀ ਜਿਹੜਾ ਬਲਦੇਵ ਸੀਗਾ ਉਹ ਜਾਨਵਰਾਂ ਦੇ ਬਾਰੇ ਸੋਚਦਾ ਸੀ ਅਤੇ ਖੁਦ ਨੂੰ ਰੋਕ ਨਾ ਸਕਿਆ ਵੀ ਕਿਉਂਕਿ ਉਹ ਹਮੇਸ਼ਾ ਸੋਚਦਾ ਹੁੰਦਾ ਸੀ। ਉਹਨੂੰ ਉਮੀਦ ਸੀ ਵੀ ਇੱਥੇ ਥਾਂ ਦੇ ਅਕਸਰ ਆਉਂਦੇ ਜਾਂਦੇ ਰਹਿਣਗੇ ਕਿਉਂਕਿ ਜੰਗਲ ਸੀਗਾ ਤਾਂ ਜਾਨਵਰ ਆਉਂਦੇ ਜਾਂਦੇ ਰਹਿਣਗੇ। ਤਾਂ ਪਰ 1 ਮਹੀਨੇ ਪਹਿਲਾਂ ਜਦੋਂ ਉਹਨੂੰ ਇੱਥੇ ਆਇਆ ਸੀ ਤਾਂ ਉਹਨੇ ਕਈ ਕਹਾਣੀਆਂ ਜਿਹੜੀਆਂ ਸੱਚ ਹੋਣ ਵਾਲੀਆਂ ਸੀਗੀਆਂ ਉਹਨਾਂ 'ਤੇ ਮੁਸ਼ਕਿਲ ਹੀ ਉਹ ਵਿਸ਼ਵਾਸ ਹੁੰਦਾ ਸੀਗਾ ਕਿਉਂਕਿ ਉਹ ਨਿਸ਼ਚੇ ਕਰਦਾ ਸੀ ਵੀ ਜਿਹੜੇ ਚਿੱਤੇ ਇੱਥੇ ਰਹਿੰਦੇ ਨੇ ਉਹ ਸਿਰਫ ਕੁਝ ਦਿਨ ਪਹਿਲਾਂ ਹੀ ਪਿੰਡ ਤੋਂ ਇੱਥੇ ਆਇਆ ਸੀ ਅਤੇ ਇੱਥੇ ਕੀ ਆ ਨੇਜੜੀਆਂ ਅਤੇ ਕੁਹਾੜੀਆਂ ਦੇ ਨਾਲ ਉਹ ਚਿੱਤੇ ਨੂੰ ਮੌਤ ਦੇ ਘਾਟ ਉਤਾਰਤਾ ਸੀ। ਅਤੇ ਕਦੇ ਕਦੇ ਉਹ ਚਿੱਤੇ ਦੇ ਰਾਹੀਂ ਜਿਹੜਾ ਸਾਥੀ ਸੀ ਉਹ ਬੁਲਾਉਣ ਦੇ ਲਈ ਖਾਸ ਕਿਸਮ ਦੀ ਆਵਾਜ਼ਾਂ ਸੁਣਾਈ ਦਿੰਦੀਆਂ ਹੁੰਦੀਆਂ ਸੀ। ਜਿਹੜੇ ਸੁਰੰਗ ਦੇ ਸ਼ੈੱਡ 'ਤੇ ਉਹ ਕਦੇ ਵੀ ਨਹੀਂ ਆਏ ਸਨ। ਉਹਨੇ ਸੋਚਿਆ ਸੀ ਵੀ ਇਹ ਜਿਹੜਾ ਸੁਰੰਗ ਆ ਉਹ ਸੇਫ ਆ, ਇਹਦੇ ਵਿੱਚ ਕਦੇ ਵੀ ਕੋਈ ਵੀ
ਜਾਨਵਰ ਨਹੀਂ ਆ ਸਕਦਾ। ਬਲਦੇਵ walked confidently for being to the travel himself. He was used to the jungle its way, like to the forefather. He carried to the small ox and fugles. Look at, but the deadly when in use with it. In the 3 and 4 shift of the strokes, he could be cut down of the tree at to the neatly as had been served, and pride to himself in his skills of to the building its gaze to the wild animals. He had killed the young burro with its once, and the family has been fosters of the flesh of the 3 days. The ox head of to the pure steel's thin but ring tree will be a bell had been made by the father over the charcoal fires. This ox is a part himself, and wherever he went we it the. ਬਲਦੇਵ ਹੁਣ ਆਤਮ ਵਿਸ਼ਵਾਸ ਨਾਲ ਉਹ ਤੁਰਦਾ ਜਾ ਰਿਹਾ ਸੀ, ਕਿਉਂਕਿ ਉਹ ਖੁਦ ਇੱਕ ਆਤਿਵਾਸੀ ਹੋਣ ਦੇ ਕਾਰਨ ਉਹ ਜੰਗਲ ਦੇ ਰਸਤਿਆਂ ਨੂੰ ਜਾਣਕਾਰੀ ਸੀ। ਉਹਦੇ ਜਿਹੜੇ ਪੂਰਵਜ ਸੀਗੇ ਉਹਨਾਂ ਕੋਲ ਇੱਕ ਕਹਾੜੀ ਜੀ ਸੀਗੀ ਜਿਹੜੇ ਉਹ ਆਪਣੇ ਨਾਲ ਹਮੇਸ਼ਾ ਰੱਖਦਾ ਹੁੰਦਾ ਸੀਗਾ। ਉਹ ਇੱਕ ਹਲਕੀ ਜੀ ਸੀਗੀ ਅਤੇ ਉਸ ਦਾ ਇਸਤੇਮਾਲ ਕਰਨਾ ਬੜਾ ਘਾਤਕ ਸੀ, ਕਿਉਂਕਿ ਉਹ ਸਿਰਫ 3 ਜਾਂ 4 ਸੱਟਾਂ ਦੇ ਵਿੱਚ ਇੱਕ ਪੂਰੇ ਵਧੀਆ ਦਰਖਤ ਨੂੰ ਵਧੀਆ ਸਫਾਈ ਨਾਲ ਕੱਟ ਦਿੰਦੀ ਸੀ। ਅਤੇ ਮੰਨੋ ਜਿਵੇਂ ਉਹ ਆਰੀ ਜਿਵੇਂ ਇੱਕ ਤਰ੍ਹਾਂ ਦੀ ਕੱਟ ਦਿੰਦੀ ਹੁੰਦੀ ਆ, ਤਾਂ ਉਸਨੇ ਇੱਕ ਵਾਰ ਜਿਹੜਾ ਜੰਗਲੀ ਸੂਰ ਸੀਗਾ ਉਹਨੂੰ ਵੀ ਮਾਰਿਆ ਸੀ ਅਤੇ ਉਹਨੂੰ 3-4 ਦਿਨ ਲਈ ਆਪਣੇ ਘਰ ਨੂੰ ਜਿਹੜੀ ਸੀ ਮਾਸ ਦੀ ਦਾਵਤ ਦੇ ਲਈ ਬੁਲਾਇਆ ਸੀ। ਤਾਂ ਉਹ ਖਾਲਿਸ ਫੌਲਾਦ ਦੀ ਵਾਲੀ ਕਹਾੜੀ ਜਿਹੜੀ ਪਤਲੀ ਜੀ ਸੀ ਬਿਲਕੁਲ ਇੱਕ ਘੰਟੀ ਦੀ ਤਰ੍ਹਾਂ ਵੱਜ ਰਹੀ ਸੀਗੀ, ਅਤੇ ਉਸਨੇ ਪਿਤਾ ਦੁਆਰਾ ਜਿਹੜੀ ਲੱਕੜੀ ਸੀਗੀ ਉਹ ਕੋਲੇ ਦੀ ਅੱਗ ਦੇ ਵਿੱਚ ਤਪਾ ਕੇ ਬਣਾਇਆ ਗਿਆ ਸੀਗਾ। ਅਤੇ ਇਹ ਕੁਹਾੜੀ ਜਿਹੜੀ ਸੀ ਇੱਕ ਅੰਗ ਸੀ ਉਹਨਾਂ ਦੇ ਘਰ ਦਾ, ਜਿੱਥੇ ਵੀ ਉਹ ਜਾਂਦਾ ਸੀ ਤਾਂ ਉੱਥੇ ਉਹਨੂੰ ਆਪਣੇ ਨਾਲ ਲੈ ਕੇ ਜਾਂਦਾ ਹੁੰਦਾ ਸੀ। Next है the local market of the 7 mile away from to the table dance. So the ox was always his hand, and occasionally his officially who had been comes to the station. He had offered him a good money for the weapon, but the Baldev had no intuitions to parting with ਇਟ। ਕਹਿੰਦੇ ਵੀ ਉਹ ਕੀ ਆ 7 ਕਿਲੋਮੀਟਰ ਦੂਰ ਇੱਕ ਸਥਾਨਕ ਜਿਹਾ ਬਾਜ਼ਾਰ ਸੀਗਾ ਜਿੱਥੇ ਕੋਈ ਆਦੀਵਾਸੀ ਜਿਹੜਾ ਨਿੱਤ ਨਵੀਂ ਜਿਹੜੀਆਂ ਕਹਾਣੀਆਂ ਸੀ ਉਸ ਦੇ ਹੱਥ ਦੇ ਵਿੱਚ ਹੁੰਦੀ ਸੀ। ਤਾਂ ਇੱਕ ਵਾਰ ਜਿਹੜਾ ਇੱਕ ਅਫਸਰ ਸੀਗਾ ਉਹਨੇ ਉਸਨੂੰ ਕਿਹਾ ਵੀ ਭਾਈ ਤੈਨੂੰ ਮੈਂ ਚੰਗੇ ਸਾਰੇ ਪੈਸੇ ਦਊਂਗਾ ਵੀ ਤੂੰ ਆਹ ਕਹਾਣੀ ਮੈਨੂੰ ਦੇ। ਤਾਂ ਆਪਣੇ ਆਪ ਨੂੰ ਉਸ ਤੋਂ ਵੱਖਰਾ ਕਰਨ ਦਾ ਕਦੀ ਉਹਨੇ ਇਰਾਦਾ ਸੋਚਿਆ ਹੀ ਨਹੀਂ ਸੀ, ਤਾਂ ਕਰਕੇ ਉਹਨੇ ਕਦੀ ਉਹਨੂੰ ਦਿੱਤੀ ਹੋਈ ਨਹੀਂ। ਦੀ ਕਟਿੰਗ ਆਫ ਦੀ ਕਰਵਡ ਸ਼ਾਰਪਲੀ ਐਂਡ ਵੈਨ ਦੀ ਡਾਰਕਨੈਸ ਆਫ ਦੀ black entrance to the tunnels looked up to the meaningless the tunnels light was out. The Baldev set to the hollows of to the lamp down by its the chain. If the oil had finished, he would be have to returns to the hut for more. The mail trains of due to the 5 minutes. ਕਹਿੰਦੇ ਹੁਣ ਜਿਹੜਾ ਚੱਟਾਨਾਂ ਦੇ ਵਿਚਾਲੇ ਜਿਹੜਾ ਤੰਗ ਜਿਹਾ ਰਸਤਾ ਸੀ ਉਹ ਬਲਦੇਵ ਨੂੰ ਪਤਾ ਸੀ ਇਹਦੇ ਵਿੱਚ ਤਿੱਖਾ ਜਿਹਾ ਮੁੜ ਦਾ ਮਤਲਬ ਵੀ ਬਹੁਤ ਈਜ਼ੀਲੀ ਸ਼ਾਰਪ ਹੀ ਉਹਨੂੰ ਟਰਨ ਕਰਨਾ ਪੈਂਦਾ ਹੁੰਦਾ ਸੀਗਾ। ਤਾਂ ਹਨੇਰੇ ਦੇ ਵਿੱਚ ਜਿਹੜਾ ਉਹਦੇ ਵਿੱਚ ਪ੍ਰਵੇਸ਼ ਦੁਆਰ ਜਿਹੜਾ ਸੀ ਉਹਨੂੰ ਡਰਾਉਣਾ ਪ੍ਰਤੀਕ ਹੁੰਦਾ ਸੀ। ਸਿਗਨਲ ਦੀ ਬੱਤੀ ਜੋ ਬੁਝ ਗਈ ਸੀ ਤਾਂ ਬਲਦੇਵ ਨੂੰ ਦੀਵੇ ਦੀ ਉਸਦੀ ਜੰਜੀਰ ਜਿਹੜੀ ਸੀ ਉਹ ਖਿੱਚਣ ਲਾਉਣੀ ਲੱਗਿਆ ਸੀਗਾ। ਜੇਕਰ ਤੇਲ ਮੁੱਕ ਗਿਆ ਹੁੰਦਾ ਤਾਂ ਉਹ ਤੇਲ ਲਿਆਉਣ ਦੇ ਲਈ ਆਪਣੀ ਝੌਂਪੜੀ ਵਿੱਚ ਵਾਪਸ ਜਾਣਾ ਪੈਂਦਾ ਸੀ। ਤਾਂ ਡਾਕ ਗੱਡੀ ਜਿਹੜੀ 5 ਮਿੰਟ ਬਾਅਦ ਆਉਣ ਵਾਲੀ ਸੀ। ਹੁਣ ਉਹਨੂੰ ਇਹ ਲੱਗਿਆ ਵੀ ਜਿਹੜਾ ਉਹਦਾ ਦੀਵਾ ਸੀਗਾ ਉਹ ਬੁੱਝ ਚੁੱਕਿਆ ਸੀ, ਉਹਨੂੰ ਇਹ ਲੱਗਿਆ ਸੀ 5 ਮਿੰਟ ਤੱਕ ਆ ਜੂਗੀ। ਵੰਸ ਦੇਅਰ ਮੋਰ ਆਫ ਟੂ ਦੀ ਫਲਿਪਸ ਆਫ ਹਿਜ਼ ਮਾਚਿਸ ਦੈਨ ਟੂ ਸਡਨਲੀ ਹੀ ਸਟੂਡ ਸਟਿਲ ਐਂਡ ਲਿਸਨਡ ਦੀ fortunately crying off to the barking deers, followed by the crushing sound in the undergrowth made to the Baldev hurry. There was to the still little oil off to the in the lamp. After there instead to the hesitation he lit off to the lamp again and hoisting its back into the position. Having done this, he walked quickly down to the tunnel and swing his own lamp so that their shadows leapt up and down to the stood strained ball, and having to the made sure to the line was clear, and he returned to the entrance and sat down to the wait of the mail train. ਇੱਕ ਵਾਰ ਕੀ ਹੋਇਆ, ਉਹ ਜਦੋਂ ਮਾਚਿਸ ਨੂੰ ਟੋਲ ਰਿਹਾ ਸੀਗਾ ਤਾਂ ਅਚਾਨਕ ਹੀ ਜਿਹੜੀ ਉਹ ਸ਼ਾਂਤੀ ਵਿੱਚ ਖੜ੍ਹਾ ਹੋ ਗਿਆ ਸੀ। ਤਾਂ ਉਸਨੂੰ ਕੁਝ ਸੁਣਨ ਲੱਗਿਆ, ਸ਼ੋਰ ਆਉਂਦਾ ਸੀ ਜਿਵੇਂ ਹਿਰਨ ਕੋਈ ਆ ਡਰ ਭਰੀ ਚੀਖ ਜੀ ਹੁੰਦੀ ਆ। ਫਿਰ ਉਹ ਝੌਂਪੜੀ ਦੇ ਵਿੱਚ ਧਜਮੜ ਜੀ ਆਵਾਜ਼ ਦੇ ਨਾਲ ਬਲਦੇਵ ਜਿਹੜਾ ਸੀ ਉਹ ਛੇਤੀ ਆਪਣਾ ਕੰਮ ਮੁਕਾ ਕੇ ਉਹਨੂੰ ਕੰਮ ਸੀਗਾ ਉਹਨੂੰ ਛੇਤੀ ਕੰਮ ਕਰਨ ਦੇ ਵਿੱਚ ਮਜਬੂਰ ਕਰ ਦਿੱਤਾ। ਤਾਂ ਹਜੇ ਜਿਹੜਾ ਦੀਵਾ ਸੀਗਾ ਉਹਦੇ ਵਿੱਚ ਥੋੜ੍ਹਾ ਜਿਹਾ ਤੇਲ ਬਚ ਗਿਆ ਸੀਗਾ। ਇੱਕ ਪਲ ਲਈ ਉਹ ਚਿਕਾਹਟ ਜਿਹੜੀ ਸੀਗੀ ਉਹ ਦੀਵੇ ਦੁਆਰਾ ਜਗਾ ਦਿੱਤੀ, ਅਤੇ ਜਦੋਂ ਵਾਪਸ ਆਪਣੇ
ਸਥਾਨ 'ਤੇ ਆਇਆ ਅਤੇ ਉਹਨੇ ਖਿੱਚਿਆ ਅਤੇ ਉਹਨੂੰ ਚੁੱਕ ਕੇ ਜਦੋਂ ਉਹਨੇ ਤੇਜ਼ ਜਿਹੀ ਜਿਹੜੀ ਸੁਰੰਗ ਸੀਗੀ ਉਹ ਅੰਦਰ ਤੁਰਨਾ ਸ਼ੁਰੂ ਕੀਤਾ ਤਾਂ ਲਾਲਟੇਨ ਨੂੰ ਉਹਨੇ ਝੁਕਾ ਕੇ ਰੱਖਿਆ ਤਾਂ ਜੋ ਜਿਹੜੀ ਉਹਦੀ ਕਾਲਖ ਆ ਉਹ ਕੰਧ ਦਾ ਪਰਛਾਵਾਂ ਜਿਹੜਾ ਵਾ ਉਹ ਉੱਪਰ ਹੇਠਾਂ ਹੋਣ ਅਤੇ ਉਹ ਯਕੀਨੀ ਬਣਾਉਣ ਲਵੇ ਕਿ ਉਹ ਲਾਈਨ ਕੀ ਆ ਉਹ ਸਾਫ਼ ਆ ਅਤੇ ਫਿਰ ਉਸ ਤੋਂ ਬਾਅਦ ਜਿਹੜੀ ਮੇਲ ਟ੍ਰੇਨ ਆ ਉਹਦੀ ਵੇਟ ਕਰੂਗਾ ਅਤੇ ਉਹਨੂੰ ਉੱਥੋਂ ਕੱਢ ਦੂਗਾ। ਆ ਦਿਖਾਇਆ ਗਿਆ ਇੱਕ ਟਨਲ ਦਾ ਸੀਨ, ਜਿਹੜਾ ਟਨਲ ਦੇ ਅੰਦਰ ਕੀ ਸੀਗਾ, ਇੱਕ ਕਿਵੇਂ ਰੇਲਵੇ ਟਰੈਕ ਬਣਾਇਆ ਸੀ, ਉਹ ਕਿਸ ਤਰੀਕੇ ਨਾਲ ਉਹ ਚੀਜ਼ ਦੇਖ ਰਿਹਾ ਸੀ, ਇਹ ਚੀਜ਼ਾਂ ਉਹਦੇ ਵਿੱਚ ਦਿਖਾਈਆਂ ਗਈਆਂ ਨੇ। ਨੈਕਸਟ ਹੈ ਦੇਖੋ, ਦੀਅਰ ਟ੍ਰੇਨ ਵਾਜ਼ ਲੇਟ ਐਂਡ ਸਿਟਿੰਗ ਹਡਲ ਅਪ ਟੂ ਦੀ ਆਲਮੋਸਟ ਡਜ਼ਨ ਹੀ ਸੂਨ ਫॉरगेट टू their surrounding and begins to be notes their back to in their hut and tablings of their ground told to the approaching of their train and a low and distant to their rumbles balk their boy who sought and rubbing to their sleeping from his eyes their father its times to the light of their lamp he mumbled, and then he realizing that his father's had been gone some time he lay down again and he was to the wide walk now and waiting for the train to pass and waiting for the his father's returning footsteps। ਜਿਹੜਾ ਉਹ ਟ੍ਰੇਨ ਸੀਗੀ ਉਹ ਕੀ ਸੀ, ਅੱਜ ਦੇ ਟਾਈਮ ਤੋਂ ਥੋੜ੍ਹਾ ਲੇਟ ਸੀ। ਉਹ ਲਗਭਗ ਇਹਨੂੰ ਇਹ ਲੱਗਿਆ ਵੀ ਸ਼ਾਇਦ ਉਹਨੂੰ ਕਾਫੀ ਟਾਈਮ ਹੋ ਜਾਊਗਾ, ਤਾਂ ਉਹ ਛੇਤੀ ਉਹ ਜਿਹੜਾ ਸੀ ਆਪਣੇ ਆਲੇ ਦੁਆਲੇ ਦੀਆਂ ਗੱਲਾਂ ਸਾਰੀਆਂ ਭੁੱਲ ਗਿਆ ਸੀਗਾ ਅਤੇ ਹੁਣ ਉਹ ਸਿਰ ਹਿਲਾਉਣ ਲੱਗਿਆ। ਉਹ ਪਿੱਛੇ ਜਿਹੜੀ ਝੌਂਪੜੀ ਦੇ ਵਿੱਚ ਜ਼ਮੀਨ ਸੀ ਉਹਦੇ ਵਿੱਚ ਖੜਖੜਾਹਟ ਦੇ ਨਾਲ ਜਿਹੜੀ ਰੇਲ ਗੱਡੀ ਆਉਣ ਦਾ ਸੰਕੇਤ ਦਿੱਤਾ ਅਤੇ ਉਹ ਹਲਕੀ ਜਿਹੀ ਜਿਹੜਾ ਸੀ ਕਿਤੇ ਦੂਰ ਗੜਗੜਾਹਟ ਨਾਲ ਜਿਹੜਾ ਮੁੰਡਾ ਸੀ ਉਹ ਆਪਣੀ ਜਗ੍ਹਾ ਦੇ ਉੱਤੇ ਨੀਂਦ ਦੇ ਕਾਰਨ ਉਹ ਅੱਖ ਮਲਦਾ ਹੋਇਆ ਉੱਠਿਆ ਅਤੇ ਪਿਤਾ ਜੀ ਜਿਹੜੇ ਸੀ ਉਹ ਦੀਵਾ ਜਗਾਉਣ ਦਾ ਸਮਾਂ ਹੋ ਗਿਆ ਸੀ ਅਤੇ ਉਹ ਬੜਬੜਾਉਣ ਲੱਗਿਆ ਅਤੇ ਫਿਰ ਇਸ ਗੱਲ ਦਾ ਅਹਿਸਾਸ ਕਰਦਿਆਂ ਉਹਦੇ ਪਿਤਾ ਜਿਹੜਾ ਸੀ ਥੋੜ੍ਹਾ ਦੇਰ ਪਹਿਲਾਂ ਹੀ ਚਲਾ ਗਿਆ ਸੀ ਅਤੇ ਉਹ ਦੁਬਾਰਾ ਲੇਟ ਗਿਆ ਅਤੇ ਹੁਣ ਉਹ ਪੂਰੀ ਤਰ੍ਹਾਂ ਜਾਗ ਰਿਹਾ ਸੀ ਅਤੇ ਜਿਹੜੀ ਗੱਡੀ ਲੰਘਣ ਦੀ ਉਡੀਕ ਕਰ ਰਹੀ ਸੀ। ਅਜੇ ਉਹਦੇ ਪਿਤਾ ਵਾਪਸ ਆਉਂਦੇ ਹੋਏ ਕਦਮਾਂ ਦੀ ਆਵਾਜ਼ ਵੀ ਸੁਣਨ ਦੇ ਲਈ ਖੜ੍ਹਾ ਸੀਗਾ ਵੀ ਉਹਦੀ ਆਵਾਜ਼ ਸੁਣ ਜਾਵੇ। ਨੈਕਸਟ ਕੀ ਆ, ਦੇਅਰ ਵਾਜ਼ ਲੋ ਹੰਟਲਸ are sounded from the top of to the cutting, and the second was Baldev was awake, all the sense alert, only a tiger could be a intham such a sounds। ਕਹਿੰਦੇ ਫਿਰ ਕੀ ਹੋਇਆ, ਇੱਕ ਛੋਟੀ ਜੀ ਚਟਾਨਾਂ ਦੇ ਵਿੱਚ ਇੱਕ ਛੋਟੀ ਤੰਗ ਜੀ ਆਵਾਜ਼ ਘੂਰ ਕੇ ਆਵਾਜ਼ ਗੁੱਜਣ ਲੱਗੀ। ਇੱਕ ਸਕਿੰਟ ਦੇ ਵਿੱਚ ਜਿਹੜਾ ਬਲਦੇਵ ਸੀ ਉਹ ਜਾਗ ਗਿਆ ਸੀਗਾ ਅਤੇ ਉਹਦੀਆਂ ਜਿੰਨੀਆਂ ਵੀ ਸੈਂਸ ਸੀਗੀਆਂ ਉਹ ਜਾਗ ਚੁੱਕੀਆਂ ਸੀ ਅਤੇ ਉਹਨੂੰ ਪਤਾ ਸੀ ਵੀ ਇਹ ਸਿਰਫ ਇਹੋ ਜਿਹੀਆਂ ਆਵਾਜ਼ਾਂ ਕੌਣ ਆ, ਉਹ ਟਾਈਗਰ ਹੀ ਕੱਢ ਸਕਦਾ ਵਾ। There was no shelter for a Baldev. He was glyphs to his ox and flimsy and tensioned his costly and trying to make out to the direction from which the animals has approaching. For some time there was to the only silence, even their usually jungle's noise seems to be has cautious together. Then the thumb and the rattles of to the small stones ਅਨਾਊਂਸਿਸ ਆਫ ਦੀ ਟਾਈਗਰ ਹੈਡ ਸਪੰਕਸ ਇਨਟੂ ਦੀ ਕਟਿੰਗ। ਕਹਿੰਦੇ ਹੁਣ ਕੀ ਸੀ, ਜਿਹੜਾ ਬਲਦੇਵ ਸੀ ਉੱਥੇ ਉਹਨੂੰ ਸ਼ਰਨ ਲੈਣ ਦੀ ਕੋਈ ਥਾਂ ਨਹੀਂ ਸੀਗੀ, ਕਿਉਂਕਿ ਉਹ ਕਹਾੜੀ ਨੂੰ ਜਿਹੜਾ ਸੀ ਉਹਨੇ ਕੱਸ ਕੇ ਫੜ ਲਿਆ ਅਤੇ ਹੁਣ ਆਪਣਾ ਸਰੀਰ ਜਿਹੜਾ ਸੀ ਉਹਨੇ ਇਸ ਹਿਸਾਬ ਦੇ ਨਾਲ ਬਣਾ ਲਿਆ ਵੀ ਜੇ ਉਹ ਜਾਨਵਰ ਆਇਆ ਤਾਂ ਮੈਂ ਉਹਨੂੰ ਮਾਰ ਦੂੰਗਾ। ਤਾਂ ਉਹਨੇ ਕੁਛ ਸਮੇਂ ਬਾਅਦ ਛੁੱਪੀ ਜੀ ਛਾਈ ਅਤੇ ਜਿਹੜਾ ਜੰਗਲ ਸੀਗਾ ਹੁਣ ਅਕਸਰ ਜਿਹੜੀਆਂ ਆਵਾਜ਼ਾਂ ਸੀਗੀਆਂ ਉਹ ਆਉਣੀਆਂ ਕੀ ਹੋ ਗਈਆਂ, ਬੰਦ ਹੋ ਗਈਆਂ ਅਤੇ ਹੌਲੀ ਹੌਲੀ ਜਿਹੜੇ ਪੱਥਰ ਸੀਗੇ ਉਹ ਧੜਕ ਕੇ ਡਿੱਗਣ ਲੱਗੇ ਅਤੇ ਉਹਦੀ ਖੜਖੜਾਹਟ ਦੀ ਆਵਾਜ਼ ਦੱਸ ਰਹੀ ਸੀ ਵੀ ਜਿਹੜਾ ਬਾਗ ਆ ਜਾਂ ਜਿਹੜਾ ਟਾਈਗਰ ਆ ਉਹ ਕੀ ਆ ਉੱਥੇ ਤੰਗ ਜਿਹੇ ਰਸਤੇ ਦੇ ਵਿੱਚੋਂ ਕੁੱਦ ਰਿਹਾ ਹੋਊਗਾ। Baldev listened as to the had never been listened before. He wondered if it was to the making a tunnel of the opposite direction, the direction of the hut in which the tamboos had to be laying unprotected. He had not been to the wonder too long before the minutes he had passed he made to the huge body of the tiger torching steadily towards him, its eyes shone and bright green of the light from the। ਜਿਹੜਾ ਬਲਦੇਵ ਸੀਗਾ ਉਹ ਜਿਹੜੀ ਆਵਾਜ਼ ਸੀਗੀ ਇੰਝ ਸੁੰਝ ਰਿਹਾ ਸੀ ਜਿਵੇਂ ਉਹਨੇ ਕਦੀ ਆਵਾਜ਼ ਸੁਣੀ ਨਹੀਂ ਹੁੰਦੀ। ਉਹ ਕਾਫੀ ਹੈਰਾਨ ਰਿਹਾ ਸੀਗਾ ਅਤੇ ਉਹ ਸੁਰੰਗ ਦੇ ਵਿੱਚ ਜਾ ਰਿਹਾ ਸੀ ਅਤੇ ਉਹਦੀ ਉਲਟ ਦਿਸ਼ਾ ਵਿੱਚ ਜਿਹੜੀ ਸੀਗੀ ਝੌਂਪੜੀ ਦੀ ਦਿਸ਼ਾ ਸੀ, ਜਿਹਦੇ ਅੰਦਰ ਜਿਹੜਾ ਤੰਦੂਆ ਸੀਗਾ ਜਿਹਨੂੰ ਕੁਝ ਵੀ ਪ੍ਰੋਟੈਕਸ਼ਨ ਨਹੀਂ ਸੀਗੀ ਅਤੇ ਉਹ ਲੇਟਿਆ ਹੋਇਆ ਸੀ। ਉਸ ਨੂੰ ਜ਼ਿਆਦਾ ਦੇਰ ਦੀ ਹੈਰਾਨੀ ਨਹੀਂ ਹੋਣਾ ਪਿਆ, ਕਿਉਂਕਿ 1 ਮਿੰਟ ਦੇ ਵਿੱਚ ਗੁਜ਼ਰਨ ਤੋਂ ਹੀ ਪਹਿਲਾਂ ਉਸਨੇ ਤੇਜ਼ੀ ਨਾਲ ਉਸ ਵੱਲ ਆਉਂਦੇ ਬਾਗ ਦੀ ਜਿਹੜੀ ਭਾਰੀ ਭਰਕਮ ਜਿਹੜਾ ਸਰੀਰ ਸੀਗਾ ਉਹ ਵੇਖ ਲਿਆ ਵੀ ਜਿਹੜਾ ਉਹਦਾ ਸਿਗਨਲ ਦੇ ਉੱਤੇ ਜਿਹੜੀ ਬੱਤੀ ਲਾਈ ਸੀ ਉਹਦੀ ਰੌਸ਼ਨੀ ਜਿਹੜੀ ਲਸ਼ਕ ਕੇ ਹਰੇ ਰੰਗ ਦੇ ਨਾਲ ਜਿਹੜੀਆਂ ਉਹਦੀਆਂ ਅੱਖਾਂ ਸੀ ਉਹ ਚਮਕ ਰਹੀਆਂ ਸੀ। ਉਹਨੂੰ ਇਹ ਲੱਗਿਆ ਵੀ ਹੁਣ ਭੱਜਣਾ ਕੀ ਆ, ਫਜ਼ੂਲ ਆ, ਵੀ ਹੁਣ ਮੈਂ ਇੱਥੋਂ ਭੱਜ ਨਹੀਂ ਸਕਦਾ ਹੈਗਾ।
So it was dark to the tiger had been more sheer foots of the Baldev. He would be a soon to be upon from to the behind the Baldev stood with the back of the signal post and motionless and staring to the great beetles moving rapidly towards him. The tiger used to his way of the men, and for it had been to the pines only to for the years. Came to the fearlessly and they quickly runs to the snarls stuck out with its right paws and expecting to blow over to the pennies and we are dared standing in the way। ਕਹਿੰਦਾ ਹੁਣ ਜਿਹੜਾ ਉਹ ਚਿੱਤਾ ਸੀਗਾ ਉਹਦੇ ਵੱਲ ਨੂੰ ਆ ਰਿਹਾ ਸੀਗਾ, ਉਹਦੀਆਂ ਆਵਾਜ਼ਾਂ ਜਿਹੜੀਆਂ ਸੀ ਉਹ ਸੁਣ ਰਹੀਆਂ ਸੀ। ਬਲਦੇਵ ਜਿਹੜਾ ਉਹ ਸਿਗਨਲ ਵਾਲੇ ਖੰਭੇ ਦੇ ਨਾਲ ਪਿੱਠ ਲਾ ਕੇ ਖੜਾ ਹੋ ਗਿਆ, ਉਹ ਬਿਲਕੁਲ ਸਥਿਰ ਹੋ ਗਿਆ ਵੀ ਕਿਉਂ ਇਸ ਪਰ ਜਿਹੜਾ ਵਿਸ਼ਾਲ ਆਕਾਰ ਦਾ ਜਿਹੜਾ ਜਾਨਵਰ ਸੀ ਉਹਨੂੰ ਘੂਰ ਘੂਰ ਕੇ ਦੇਖਣ ਲੱਗਿਆ। ਉਹ ਸਿਪਟ ਦੌੜਦਾ ਹੋਇਆ ਉਸ ਵੱਲ ਨੂੰ ਆ ਰਿਹਾ ਸੀ। ਜਿਹੜਾ ਟਾਈਗਰ ਸੀਗਾ ਉਹ ਇਨਸਾਨ ਦੀ ਤੌਰ 'ਤੇ ਤਰੀਕੇ ਨੂੰ ਜਾਣਦਾ ਸੀ ਅਤੇ ਉਹ ਕਈ ਸਾਲਾਂ ਤੋਂ ਇੱਥੇ ਸ਼ਿਕਾਰ ਕਰ ਰਿਹਾ ਸੀ, ਤਾਂ ਉਹ ਨਿਡਰਤਾ ਨਾਲ ਅੱਗੇ ਵਧਿਆ ਅਤੇ ਫੁਰਤੀ ਦੇ ਨਾਲ ਦੌੜਾਉਂਦਾ ਹੋਇਆ ਉਹ ਸੱਜੇ ਪੰਜੇ ਦੇ ਨਾਲ ਵਾਰ ਕੀਤਾ ਅਤੇ ਇਸ ਗੱਠੇ ਜਿਹੇ ਜਿਹੜਾ ਕਮਜ਼ੋਰ ਜਿਹਾ ਬੰਦਾ ਸੀ ਉਹ ਟੱਕਰ ਮਾਰ ਕੇ ਡੇਗ ਦੇਣਾ ਦੀ ਉਮੀਦ ਸੀ ਅਤੇ ਜਿਸ ਨੇ ਉਸ ਦੇ ਰਸਤੇ ਵਿੱਚ ਖੜ੍ਹੇ ਹੋਣ ਦਾ ਹੌਸਲਾ ਕੀਤਾ ਸੀਗਾ ਅਤੇ ਉਹ ਚਾਹੁੰਦਾ ਸੀ ਵੀ ਉਹ ਬੰਦੇ ਨੂੰ ਮਾਰ ਦੇਵੇ। Then ਕੀ ਹੋਇਆ, the Baldev however was ready with the marvelously agile leaps to the avoided the paws and bowed to his ox down to the animal's shoulders and the tiger gave a roar and attempt to close in again. The Baldev dropped to his ox and true aims, but of his horror his beast served and the ox cut to the tiger's on the shoulder and almostly serving to the leg. To makes to the matter worse, the ox remained to the stuck in the bone and Baldev was left without a weapon. The tiger was drawing to the pain and now the springs of the Baldev brings to him down and then he tightening to broken the body. It was all over the few minutes and then there was to the blackness and the night close in on him forever। ਪਰੰਤੂ ਜਿਹੜਾ ਬਲਦੇਵ ਸੀ ਉਹ ਤਿਆਰ ਸੀਗਾ। ਉਹ ਬੰਦੇ ਉਹਨੂੰ ਦੇਖ ਕੇ ਉਹਨੇ ਇੱਕ ਚਮਤਕਾਰੀ ਜਿਹੜੀ ਫੁਰਤੀ ਨਾਲ ਛਲਾਂਗ ਜੀ ਮਾਰੀ ਅਤੇ ਜਿਹੜਾ ਉਸ ਦਾ ਪੰਜਾ ਸੀਗਾ ਉਹ ਤੋਂ ਬਚਾਅ ਕੀਤਾ ਅਤੇ ਉਹਨੇ ਕੁਹਾੜੀ ਜਿਹੜੀ ਸੀ ਉਹ ਜਾਨਵਰ ਦੇ ਮੋਢੇ 'ਤੇ ਮਾਰੀ ਅਤੇ ਜਿਹੜਾ ਟਾਈਗਰ ਸੀਗਾ ਉਹ ਦਹਾੜਿਆ ਅਤੇ ਉਹ ਨਜ਼ਦੀਕ ਆਉਣ ਦੀ ਉਹਨੇ ਕੋਸ਼ਿਸ਼ ਕੀਤੀ। ਫਿਰ ਜਿਹੜਾ ਬਲਦੇਵ ਸੀਗਾ ਉਹਨੇ ਫਿਰ ਨਿਸ਼ਾਨਾ ਬੰਨ੍ਹ ਕੇ ਆਪਣੀ ਕੁਹਾੜੀ ਮਾਰੀ, ਪਰ ਉਹਨੇ ਵੇਖਿਆ ਕਿ ਉਸ ਦਾ ਦਿਲ ਜਿਹੜਾ ਸੀ ਉਹ ਲਹਿਰ ਗਿਆ ਸੀ ਅਤੇ ਜਾਨਵਰ ਘੁੰਮ ਗਿਆ ਅਤੇ ਜਿਹੜੀ ਕੁਹਾੜੀ ਸੀ ਲਗਭਗ ਉਹਦੀਆਂ ਟੰਗਾਂ 'ਤੇ ਵੱਜ ਕੇ ਉਸ ਦੇ ਮੋਢੇ 'ਤੇ ਜਾ ਲੱਗੀ ਅਤੇ ਬਲਦੇਵ ਜਿਹੜਾ ਸੀ ਨਿਹੱਥਾ ਹੋ ਗਿਆ ਅਤੇ ਜਿਹੜਾ ਬਾਘ ਸੀ ਉਹ ਦਹੜਾਉਂਦਾ ਹੋਇਆ ਬਲਦੇਵ ਦੇ ਉੱਪਰ ਕੁੱਦਿਆ ਅਤੇ ਉਸ ਨੂੰ ਡੇਗ ਦਿੱਤਾ ਅਤੇ ਉਸ ਦੇ ਫੁੱਟ ਸਰੀਰ ਨੂੰ ਫਾੜ ਦਿੱਤਾ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਕਹਾਣੀ ਖਤਮ ਹੋ ਗਈ ਅਤੇ ਹਨੇਰਾ ਜਿਹੜਾ ਰਾਤ ਸੀ ਉਸ ਦੇ ਉੱਪਰ ਹਮੇਸ਼ਾ ਲਈ ਛਾ ਗਿਆ। ਅਤੇ ਜਿਹੜਾ ਹੁਣ ਬਾਘ ਦੇਅਰ ਰੋਰਿੰਗ ਵਾਸ ਟੂ ਦੀ ਪੇਨ ਨਾਓ ਦੇਅਰ ਵਾਸ ਪਲੰਗਸ ਟੂ ਦੀ ਬਲਦੇਵ ਬ੍ਰਿੰਗਿੰਗ ਹਿਮ ਡਾਊਨ ਐਂਡ ਦੇਅਰ ਟਾਈਡ ਟੂ ਹਿਜ਼ ਬ੍ਰੋਕਨ ਬੋਡੀ। It was all over the few minutes and then there was to the darkness and night close to him forever। ਕਹਿੰਦਾ ਜਿਹੜਾ ਉਹ ਜਾਨਵਰ ਸੀਗਾ ਉਹ ਬਲਦੇਵ ਦੇ ਉੱਤੇ ਜਦੋਂ ਕੁੱਦਿਆ ਅਤੇ ਉਹਨੂੰ ਦਹੇੜਤਾ ਸੀ ਅਤੇ ਉਹਦਾ ਸਰੀਰ ਜਮਾਂ ਹੀ ਫਾੜਤਾ ਸੀਗਾ ਅਤੇ ਹੁਣ ਜਿਹੜਾ ਬਲਦੇਵ ਸੀ ਉਹਦੀ ਡੈਥ ਹੋ ਚੁੱਕੀ ਸੀ ਅਤੇ ਉਹ ਕੀ ਸੀਗਾ, ਹਨੇਰਾ ਹੋ ਗਿਆ ਸੀ ਅਤੇ ਰਾਤ ਹਮੇਸ਼ਾ ਵਾਂਗ ਜਿਹੜੀ ਸੀਗੀ ਕਾਲੀ ਛਾ ਚੁੱਕੀ ਸੀਗੀ। ਦਿਖਾਇਆ ਗਿਆ ਉਹ ਬਲਦੇਵ ਜਿਹੜਾ ਸੀ ਉਹਦਾ ਲਾਲ ਲੈਂਪ ਜਿਹਦੇ ਨਾਲ ਉਹਨੇ ਦੇਖਿਆ ਅਤੇ ਉਹ ਪਰਸਨ ਜਿਹੜਾ ਉਹਨੂੰ ਪਤਾ ਲੱਗਿਆ ਵੀ ਉਹ ਕੌਣ ਸੀ, ਟਾਈਗਰ ਸੀਗਾ ਅਤੇ ਉਹਨੂੰ ਸਿਗਨਲ ਲੈਂਪ ਜਿਹੜਾ ਸੀ ਉਹ ਫਾਈਟ ਇਜ਼ ਯੂਜੂਅਲ ਲੈਸ ਆਫ ਟੂ ਦੀ ਡਾਰਕ ਇਨ ਦੀ ਟਾਈਗਰ ਵੁੱਡ ਬੀ ਆ ਮੋਰ ਸ਼ੋਰ ਫੁੱਟਡ ਆਫ ਦੈਨ ਦੀ ਬਲਦੇਵ ਐਂਡ ਵੁੱਡ ਬੀ ਆ ਸੂਨ ਵਾਜ਼ upon to the behind the Baldev stood him to the back of the signal post of sorry ਇਹ ਮਾਰਵਲੈਸ ਆਫ ਦਿਸ ਇਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਉਹਨੇ ਉਹਦੇ ਨਾਲ ਲੜਾਈ ਕੀਤੀ, ਫਾਈਟ ਕੀਤੀ ਅਤੇ ਕਿਸ ਤਰੀਕੇ ਨਾਲ ਉਹਨੇ ਇਹ ਸਾਰੀਆਂ ਚੀਜ਼ਾਂ ਬੰਨੀਆਂ। Next ਹੈਗਾ ਦੀ tiger drawn off to the set down to the lacking his wonders leg roaring ever now then he was aghast he did not to the notice the fate rumbles and shock to the earth followed by to the distant pummelings of to the engines stealings climbing the overland mails was approaching and through to the trees beyond to their cutting as their trains advance their growth to their frenzies there had been seen and surer to their sparks over like their
ਲਾਈਕ ਦੀ ਆ ਦੀਵਾਲੀ ਲਾਈਟ ਓਵਰ ਦੀ ਆ ਫੋਰੈਸਟ। ਕਹਿੰਦੇ ਜਿਵੇਂ ਹੀ ਉਹ ਜਿਹੜਾ ਬਾਗ ਸੀ ਉਹ ਪਿੱਛੇ ਨੂੰ ਹਟਿਆ ਤਾਂ ਉੱਠ ਕੇ ਹਲੇ ਉਹ ਜਿਹੜਾ ਉੱਠ ਕੇ ਆਪਣੀ ਜਿਹੜੇ ਜ਼ਖਮ ਦੀ ਲੱਤ ਸੀਗੀ ਉਹਨੂੰ ਚੱਟਣ ਲੱਗਿਆ ਤਾਂ ਇੱਕ ਮੱਧਮ ਜੀ ਘਰਾਟ ਦੇ ਨਾਲ ਜਿਹੜੀ ਧਰਤੀ ਜਿਹੜੀ ਉਹ ਹਿੱਲ ਗਈ ਸੀ ਅਤੇ ਉਸ ਦੇ ਬਾਅਦ ਉਹ ਤੇਜ਼ੀ ਨਾਲ ਅੱਗੇ ਵੱਲ ਵੱਧ ਰਹੀ ਸੀ। ਜਿਵੇਂ ਇੰਜਨ ਛੁਕ ਛੁਕ ਕਰਦਾ ਹੋਇਆ ਆਵਾਜ਼ ਜਿਹੜੀ ਸੀ ਉਹਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ। ਲੰਬੀ ਦੂਰੀ ਤੱਕ ਜਿਹੜੀ ਡਾਕ ਗੱਡੀ ਆ ਰਹੀ ਸੀਗੀ ਅਤੇ ਚੱਟਾਨਾਂ ਵਿੱਚ ਗੁਜ਼ਰਨ ਵਾਲੇ ਤੰਗ ਰਸਤੇ ਦੇ ਵਿੱਚ ਉਸਨੇ ਪਾਰ ਕਰਕੇ ਦਰੱਖਤਾਂ ਦੇ ਵਿਚਕਾਰੋਂ ਜਿਵੇਂ ਜਿਵੇਂ ਟ੍ਰੇਨ ਅੱਗੇ ਵੱਧਦੀ ਜਾ ਰਹੀ ਸੀ ਅਤੇ ਧੁੱਕੀ ਚਮਕਦੀ ਹੋਈ ਦਿਖ ਰਹੀ ਸੀ ਅਤੇ ਚੰਗਿਆੜੀਆਂ ਜਿਹੜੀਆਂ ਸੀਗੀਆਂ ਉਹ ਦੀਵਾਲੀ ਦੀ ਰੌਸ਼ਨੀ ਵਾਂਗ ਜਿਹੜੀ ਅਸੀਂ ਜੰਗਲ ਦੇ ਉੱਪਰ ਡਿੱਗ ਰਹੀਆਂ ਸੀਗੀਆਂ। ਨੈਕਸਟ ਕੀ ਆ ਦੇਖੋ ਜੀ, ਐਜ਼ ਏ ਟ੍ਰੇਨ ਐਂਟਰ ਟੂ ਦੀਆਂ ਕਟਿੰਗਸ ਐਂਡ ਦੀਆਂ ਇੰਜਨਸ whistles once loud and preachings, the tiger was raise his head and slowly it was his feet. He found himself to the tumbles like a man. The flight along to cutting was impossible. He was enter the tunnels and running as a fast wandered legs would be carrying him. And then he with the roar and shower of sparks the train entered into the jamming tunnels and the noise into the confined space was deafening. But when the train came out into the open, on the other sides the silence returns, more of the forest and the tunnel। ਕਹਿੰਦੇ ਵੀ ਜਿਵੇਂ ਜਿਵੇਂ ਇਹ ਟ੍ਰੇਨ ਸੀਗੀ ਉਹ ਚਟਾਨ ਦੇ ਵਿੱਚੋਂ ਦੀ ਗੁਜ਼ਰਨ ਲੱਗੀ ਤੰਗ ਰਸਤੇ ਵਿੱਚ ਪ੍ਰਵੇਸ਼ ਹੋਈ ਤਾਂ ਉਹਦੇ ਕੰਨ ਦੇ ਵਿੱਚ ਜਿਹੜੀ ਸੀਟੀ ਜੀ ਵੱਜ ਰਹੀ ਸੀ। ਜਿਹੜਾ ਸ਼ੇਰ ਸੀਗਾ ਉਹ ਆਪਣੇ ਸਰੀਰ ਨੂੰ ਉੱਪਰ ਚੁੱਕਿਆ ਅਤੇ ਹੁਣ ਆਪਣੀ ਜਿਹੜੀਆਂ ਟੰਗਾਂ ਸੀ ਉਹਦੇ ਵਿੱਚ ਖੜ੍ਹਾ ਹੋਇਆ ਅਤੇ ਖੁਦ ਨੂੰ ਜਿਵੇਂ ਬਲਦੇਵ ਸੀ ਉਹ ਬੰਦਾ ਸੀ ਜਿਹੜਾ ਉਹਨੂੰ ਆਪਣੇ ਜਾਲ ਦੇ ਵਿੱਚ ਫਸਿਆ ਹੋਇਆ ਮਹਿਸੂਸ ਕੀਤਾ ਅਤੇ ਉਹ ਹੁਣ ਚਟਾਨ ਦੇ ਵਿੱਚ ਕੀ ਸੀਗਾ ਵਿੱਚੋਂ ਭੱਜਣਾ ਅਸੰਭਵ ਸੀ ਅਤੇ ਸੁਰੰਗ ਦੇ ਵਿੱਚ ਉਹ ਕਿਉਂਕਿ ਉਸਨੇ ਜਿਹੜਾ ਸੁਰੰਗ ਸੀ ਉਹਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਜਾਣੀ ਕਿ ਉਹਦੇ ਵਿੱਚ ਆ ਚੁੱਕਿਆ ਸੀ ਤਾਂ ਹੁਣ ਉਹਦੀ ਜ਼ਖਮ ਜਿਹੜੇ ਸੀਗੇ ਉਹਦੇ ਨਾਲ ਉਹ ਤੇਜ਼ ਭੱਜ ਨਹੀਂ ਸਕਦਾ ਸੀ ਅਤੇ ਉਹ ਭੱਜਦਿਆ ਹੋਇਆ ਵੀ ਫਿਰ ਗੁਜ਼ਰਦਾ ਤਾਂ ਚਿੰਗਾੜੀਆਂ ਜਿਹੜੀਆਂ ਸੀ ਉਹਦੇ ਉੱਤੇ ਪੈ ਜਾਣੀਆਂ ਸੀਗੀਆਂ ਤਾਂ ਰੇਲ ਗੱਡੀ ਜਿਹੜੀ ਸੀ ਉਹ ਸੁਰੰਗ ਦੇ ਵਿੱਚ ਦਾਖਲ ਹੋ ਗਈ ਸੀ। ਉਸ ਨੂੰ ਹੁਣ ਜਗ੍ਹਾ ਜਿਹੜੀ ਸੀ ਉਹ ਬੰਦ ਹੋ ਗਈ ਅਤੇ ਸ਼ੋਰ ਜਿਹੜਾ ਸੀ ਉਹਦੇ ਕੰਨਾਂ ਦੇ ਵਿੱਚ ਪੈਣ ਲੱਗਿਆ ਅਤੇ ਰੇਲ ਗੱਡੀ ਦੇ ਬਾਹਰ ਖੁੱਲ੍ਹੇ ਵਿੱਚ ਆ ਗਈ ਅਤੇ ਦੂਜੇ ਪਾਸੇ ਜਿਹੜਾ ਜੰਗਲ ਦੀ ਸੁਰੰਗ ਸੀ ਉਹ ਫਿਰ ਸ਼ਾਂਤ ਵਿੱਚ ਵਾਪਸ ਬਣ ਗਈ। ਐਟ ਦੀ ਨੈਕਸਟ ਸਟੇਸ਼ਨ ਦੀ ਡਰਾਈਵਰ ਸਲੋ ਡਾਊਨ ਦੀ ਸਟਾਪ ਦੀ ਟ੍ਰੇਨਸ to the water of the engine and got down to the stretch of his legs and decided to examine the headlamp. He received their surprise of his life, for just above to the cow cutters had to be a major portion of to the tigers cut off half of the engine। ਕਹਿੰਦੇ ਜਦੋਂ ਅਗਲੇ ਸਟੇਸ਼ਨ ਦੇ ਉੱਤੇ ਜਿਹੜਾ ਡਰਾਈਵਰ ਸੀਗਾ ਉਹਨੇ ਗੱਡੀ ਨੂੰ ਹੌਲੀ ਕੀਤਾ ਅਤੇ ਇੰਜਣ ਨੂੰ ਪਾਣੀ ਪਾਉਣ ਲੱਗਿਆ ਅਤੇ ਉਹਨੂੰ ਰੁਕ ਗਿਆ ਅਤੇ ਉਹਨੇ ਹੁਣ ਆਪਣੀਆਂ ਜਿਹੜੀਆਂ ਲੱਤਾਂ ਸੀਗੀਆਂ ਉਹ ਸਿੱਧੀਆਂ ਕੀਤੀਆਂ ਅਤੇ ਹੁਣ ਉਹ ਲੱਤਾਂ ਜਿਹੜਾ ਉਹ ਸੀਗਾ ਨੀਚੇ ਉਤਰਿਆ ਅਤੇ ਜਿਹੜੀਆਂ ਬੱਤੀਆਂ ਸੀਗੀਆਂ ਜਿਹੜੀ ਉਹ ਲੈਂਪ ਚੱਲ ਰਹੀ ਸੀ ਉਹਨੂੰ ਜਾ ਕੇ ਉਹਨੇ ਡਿਸਾਈਡ ਕੀਤਾ ਵੀ ਉਹਨੂੰ ਐਗਜ਼ਾਮਿਨ ਕਰੇ। ਇਹ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਿਹੜਾ ਝਟਕਾ ਸੀ ਉਹਨੂੰ ਲੱਗਿਆ ਕਿਉਂਕਿ ਜਿਹੜਾ ਇੰਜਣ ਦੇ ਵਿੱਚ ਵੱਜੇ ਦੇ ਕਾਰਨ ਜਿਹੜਾ ਚਿੱਤਾ ਸੀਗਾ ਉਹਦਾ ਸਰੀਰ ਦਾ ਇੱਕ ਵੱਡਾ ਹਿੱਸਾ ਪਿਆ ਸੀ ਅਤੇ ਇੰਜਣ ਦੁਆਰਾ ਕੱਟੇ ਕਰਕੇ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਚੁੱਕਿਆ ਸੀਗਾ। ਆਹ ਦਿਖਾਇਆ ਗਿਆ ਟਾਈਗਰ ਜਿਹੜਾ ਕਿ ਟਨਲ ਦੇ ਵਿੱਚ ਫਸ ਗਿਆ ਸੀਗਾ। ਨੈਕਸਟ ਹੈ ਦੇਖੋ ਜੀ, there was to the considerable excitement and congestion of at a station, but the back of cutting there was no sound excepting of the sobs of a boy as he sat to beside the body of his father. He sat with the long times unafeared of the darkness, guarding of the body from to the jackals and hyenas until the first fades of the light drawn about to the arrival of to the relief watchman। ਕਹਿੰਦੇ ਜਦੋਂ ਸਟੇਸ਼ਨ ਦੇ ਵਿੱਚ ਭਾਰੀ ਸਨਸਨੀ ਜੀ ਵੱਜ ਗਈ ਅਤੇ ਅਟਕਲਬਾਜ਼ੀਆਂ ਜਿਹੀਆਂ ਚੱਲ ਰਹੀਆਂ ਸੀ ਅਤੇ ਪਿੱਛੇ ਜਿਹੜੀ ਚਟਾਨ ਦੇ ਵਿੱਚੋਂ ਗੁਜ਼ਰਨ ਵਾਲੀ ਜਿਹੜੀ ਤੰਗ ਰਸਤਾ ਸੀਗਾ ਉਹਦੇ ਵਿੱਚ ਇੱਕ ਬੱਚੇ ਦੀਆਂ ਜਿਹੜੀਆਂ ਸਿਸਕਰੀਆਂ ਹੋਈਆਂ ਆਵਾਜ਼ਾਂ ਜਿਹੀਆਂ ਅਤੇ ਉਹ ਕੋਈ ਵੀ ਸ਼ੋਰ ਨਹੀਂ ਕਰ ਰਿਹਾ ਸੀ, ਉੱਥੇ ਬੈਠਾ ਸੀਗਾ ਕਿਉਂਕਿ ਜਿਹੜਾ ਉਹ ਆਪਣੇ ਪਿਤਾ ਦੀ ਜਿਹੜੀਆਂ ਗਿੱਦੜ ਅਤੇ ਗਿੱਦੜਬਾਹਿਆਂ ਦੀਆਂ ਲਾਸ਼ਾਂ ਦੀ ਰੱਖਿਆ ਕਰ ਰਿਹਾ ਸੀ ਅਤੇ ਬੜੀ ਦੇਰ ਤੱਕ ਉੱਥੇ ਬੈਠਾ ਹੋਇਆ ਸੀ ਅਤੇ ਸਵੇਰ ਦੀ ਪਹਿਲੀ ਜਿਹੜੀ ਰੌਸ਼ਨੀ ਉਹਦੇ 'ਤੇ ਪਈ ਤਾਂ ਉਹਦੀ ਮਦਦ ਕਰਨ ਵਾਲੇ ਪਹਿਰੇਦਾਰ ਨੂੰ ਨਾ ਲੈ ਆਏ। ਜੇਕਰ ਉਹ ਜਿਹੜਾ ਪਹਿਰੇਦਾਰ ਸੀ ਉੱਥੇ ਨਾ ਆ ਸਕਿਆ। ਦੀਅਰ ਤੇਬੂ ਐਂਡ ਹਿਜ਼ ਸਿਸਟਰਸ ਐਂਡ ਹਿਜ਼ ਮਦਰ ਵਾਜ਼ ਪਲਗਡ ਇਨ ਦੀਅਰ ਗਲੀਫਸ ਆਫ ਦੀਅਰ 2-day hole, but their life had been to go on. Their living of their maid all to their responsibility now on to their tamboos. Their 3 nights later he was to their cutting and lighting of their signal lamps of their overland mail. He sat down to the darkness to wait for the train and sung softly himself. There was nothing to be feared. His father and killed the tiger. The forest gods are pleased, and besides he had ox with him and his father's ox, and he knew how to use it।
ਕਹਿੰਦਾ ਹੁਣ ਜਿਹੜਾ ਉਹ ਸੀਗਾ ਟਾਈਗਰ ਸੀਗਾ ਅਤੇ ਉਹਦੀ ਭੈਣ ਜਿਹੜੀਆਂ ਸੀ ਉਹ 3 ਦਿਨ ਅਫਸੋਸ ਦੇ ਵਿੱਚ ਪਈਆਂ ਰਹੀਆਂ, ਕਿਉਂਕਿ ਹੁਣ ਉਹਨਾਂ ਦੀ ਜ਼ਿੰਦਗੀ ਸੀਗੀ ਉਹ ਫਿਰ ਵੀ ਜਾਰੀ ਰੱਖਣੀ ਪੈਂਦੀ ਆ। ਤੁਹਾਨੂੰ ਪਤਾ ਹੀ ਆ ਇਨਸਾਨ ਨੂੰ ਪੈਸੇ ਕਮਾਉਣੇ ਪੈਂਦੇ ਆ। ਤਾਂ ਹੁਣ ਸਾਰੀ ਜ਼ਿੰਮੇਵਾਰੀ ਜਿਹੜੀ ਸੀਗੀ ਉਹ ਤੇਦੂ ਦੇ ਉੱਤੇ ਆ ਚੁੱਕੀ ਸੀਗੀ। ਤਾਂ ਹੁਣ ਉਹ 3 ਦਿਨ ਬਾਅਦ ਜਿਹੜਾ ਸੀ ਉਹ ਚੱਟਾਨਾਂ ਦੇ ਵਿਚਾਲੇ ਗੁਜ਼ਰਨ ਵਾਲੇ ਰਸਤੇ ਦੀ ਜ਼ਿੰਮੇਵਾਰੀ ਹੁਣ ਉਹਦੀ ਸੀ। ਤਾਂ ਹੁਣ ਉਹ ਸਿਗਨਲ ਦੇ ਲਈ ਉਹ ਹੁਣ ਅੱਜ ਵੀ ਉਹ ਕੀ ਆ ਉਵੇਂ ਹੀ ਦੀਵੇ ਜਗਾ ਰਿਹਾ ਜਿਵੇਂ ਉਹਦੇ ਪਿਤਾ ਜੀ ਜਗਾ ਰਹੇ ਸੀ। ਉਹ ਧੀਮੀ ਆਵਾਜ਼ ਦੇ ਵਿੱਚ ਕੁਛ ਗੁਣਗੁਣਾਉਂਦਾ ਵਾ। ਉਹਨੂੰ ਹੁਣ ਕੁਝ ਵੀ ਡਰ ਨਹੀਂ ਰਿਹਾ, ਕਿਉਂਕਿ ਉਹਦੇ ਪਿਤਾ ਜੀ ਨੇ ਜਿਹੜਾ ਬਾਘ ਨੂੰ ਮਾਰ ਦਿੱਤਾ ਸੀਗਾ ਅਤੇ ਜੰਗਲ ਦੇ ਦੇਵੇ ਜਿਹੜੇ ਸੀ ਉਹ ਤੋਂ ਪ੍ਰਸੰਨ ਸੀਗੇ। ਅਤੇ ਉਹਦੇ ਕੋਲ ਉਹੀ ਕਹਾਣੀ ਸੀਗੀ ਜਿਹੜੀ ਉਹਦੇ ਪਿਤਾ ਕੋਲ ਸੀ। ਉਹ ਜਾਣਦਾ ਸੀ ਇਹਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ। ਇਹ ਸੀਗੀ ਸਟੋਰੀ ਦੀ ਟਾਈਗਰ ਇਨ ਅ ਟਨਲ। ਆਈ ਹੋਪ ਤੁਹਾਨੂੰ ਪਸੰਦ ਆਈ ਹੋਊਗੀ। ਇਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਉਹ ਜਿਹੜਾ ਉਹਦੇ ਫਾਦਰ ਸੀ ਬਲਦੇਵ, ਉਹਨੇ ਕਿਸ ਤਰੀਕੇ ਨਾਲ ਬਰੇਵਰੀ ਨਾਲ ਲੜੇ ਅਤੇ ਉਹਨੇ ਟਾਈਗਰ ਨੂੰ ਮਾਰਿਆ ਅਤੇ ਟਾਈਗਰ ਬਾਅਦ ਵਿੱਚ ਜਿਹੜਾ ਸੀ ਉਹ ਟ੍ਰੇਨ ਦੇ ਥੱਲੇ ਆ ਗਿਆ। ਅਤੇ ਹੁਣ ਵੀ ਜਿਹੜਾ ਉਹਦਾ ਬੇਟਾ ਸੀ ਹੁਣ ਉਹ ਕੰਮ ਨੂੰ ਸੰਭਾਲ ਰਿਹਾ। ਹੁਣ ਇਹਦੇ ਹੈ ਕੁਐਸਚਨ ਆਨਸਰ। ਫਸਟ ਕੁਐਸਚਨ ਹੈ ਵਟ ਵਾਸ ਟੂ ਦੀ ਸਾਊਂਡ ਆਫ ਟੂ ਦੀ ਬ੍ਰੋਕਨ ਇਨ ਸਾਇਲੈਂਸ ਇਨ ਦੀ ਨਾਈਟ। ਕਹਿੰਦੇ ਕਿਹੜੀਆਂ ਆਵਾਜ਼ਾਂ ਸੀਗੀਆਂ ਜਿਹੜੀਆਂ ਕਿ ਪੂਰੀ ਸ਼ਾਂਤ ਹਨੇਰੇ ਨੂੰ ਜਗਾ ਦਿੰਦੀਆਂ ਸੀਗੀਆਂ। ਦੀਆਂ ਸਾਊਂਡਸ ਆਫ ਟੂ ਦੀ ਬ੍ਰੇਕਨ ਆਫ ਦੀ ਸਾਇਲੈਂਸ ਆਫ ਦੀ ਨਾਈਟ ਵਰ ਟੂ ਦੀ ਕਾਡਲਾਸ ਐਂਡ ਵੁੱਡ ਪਲੇਚਰਸ। ਦੀਆਂ ਸ਼ਿਰਲ ਕ੍ਰਾਈਂਗਸ ਆਫ ਟੂ ਦੀ ਕਾਡਲਾ ਐਂਡ ਦੀ ਹੈਲੋਸ ਹੈਮਬਰਿੰਗਸ ਆਫ ਟੂ ਦੀ ਵੁੱਡ ਬ੍ਰੇਕਰਸ ਕ੍ਰੀਏਟਡ ਦੀ ਨੋਇਸ ਇਨ ਦੀ pin drops silence off to the lone area where the Baldev lived with his family। ਕਹਿੰਦੇ ਜਿਹੜੇ ਇਹ ਸਾਊਂਡ ਸੀਗੀਆਂ ਉਹ ਜਿਹੜੀਆਂ ਸ਼ਾਂਤੀ ਨੂੰ ਸੀ, ਖਾਮੋਸ਼ੀ ਨੂੰ ਭੰਗ ਕਰ ਦਿੰਦੀਆਂ ਸੀ। ਇਹ ਕਈ ਤਰ੍ਹਾਂ ਦਾ ਰਵੱਈਆ ਜਿਵੇਂ ਹੁੰਦੇ ਜਿਵੇਂ ਕਈ ਨਾਂ ਦੇ ਕੀੜੇ ਹੁੰਦੇ ਆ ਰਵੱਈਆ ਨਾਮ ਦਾ, ਅਤੇ ਉਹਦੀਆਂ ਕੜਕੌੜੀਆਂ ਜਿਹੀਆਂ ਆਵਾਜ਼ਾਂ ਹੁੰਦੀਆਂ ਨੇ। ਉਹ ਆਵਾਜ਼ਾਂ ਹਮੇਸ਼ਾ ਚਿਲਾਉਂਦਾ ਰਹਿੰਦਾ ਸੀ, ਜਿਹਦੇ ਕਰਕੇ ਜਿਹੜੀ ਸੀ ਉਹ ਸਾਇਲੈਂਸ ਜਿਹੜੀ ਸੀ ਉਹ ਟੁੱਟ ਜਾਂਦੀ ਸੀ। ਅਤੇ ਉੱਥੇ ਹੀ ਬਲਦੇਵ ਅਤੇ ਉਹਦੀ ਆਪਣੀ ਫੈਮਿਲੀ ਦੇ ਨਾਲ ਉਹ ਏਰੀਆ ਵਿੱਚ ਰਹਿੰਦਾ ਸੀ। ਸੈਕਿੰਡ ਕੁਐਸਚਨ ਆ ਵਟ ਡਿਊਟੀਜ਼ ਹੈਡ ਟੂ ਦੀ ਬਲਦੇਵ ਟੂ ਪਰਫੋਰਮ। ਬਲਦੇਵ ਕੋਲ ਕਿਹੜੀ ਡਿਊਟੀ ਸੀ ਜਿਹੜਾ ਉਹ ਕੰਮ ਕਰਨ ਦੇ ਲਈ ਉੱਥੇ ਕਰਦਾ ਸੀ। Baldev worked as a small railway station. He did the job of giving to the signal whether the tunnel next off to the station was to the clean or not. At the night, it was to his duty to see the lamp of the signal and post off to the warning that overlanded mail pass through to the safely। ਕਹਿੰਦੇ ਬਲਦੇਵ ਸੀ ਉਹ ਇੱਕ ਛੋਟੇ ਜਿਹੇ ਸਟੇਸ਼ਨ ਦੇ ਵਿੱਚ ਵਰਕ ਕਰਦਾ ਸੀ। ਉਹਦਾ ਇੱਕ ਕੰਮ ਸੀਗਾ ਵੀ ਉਹਨੇ ਸਿਗਨਲ ਦੇਣਾ ਵਾ ਟਰਨਲ ਨੂੰ ਵੀ ਤਾਂ ਜੋ ਕੀ ਆ ਸਟੇਸ਼ਨ ਕੀ ਆ ਕਲੀਅਰ ਆ ਅਤੇ ਤੁਸੀਂ ਇੱਥੋਂ ਜਾ ਸਕਦੇ ਹੋ। ਅਤੇ ਉਹਦੀ ਰਾਤ ਨੂੰ ਇੱਕ ਡਿਊਟੀ ਹੁੰਦੀ ਸੀ ਉੱਥੇ ਲੈਂਪ ਜਗਾਉਣਾ ਤਾਂ ਜੋ ਉਹ ਸਿਗਨਲ ਪੋਸਟ ਲਈ ਬਣ ਸਕੇ। ਅਤੇ ਉਹ ਜੇਕਰ ਉਹ ਜਲਦੀ ਰਹੂਗੀ ਤਾਂ ਉਹਨਾਂ ਨੂੰ ਸਿਗਨਲ ਮਿਲ ਜਾਂਦੀ ਸੀ ਵੀ ਉਹ ਸੇਫਲੀ ਇੱਥੋਂ ਲੰਘ ਸਕਦੇ ਆ। ਨੈਕਸਟ ਹੈਗਾ ਵਾ ਥਰਡ ਕੁਐਸਚਨ ਵਾਈ ਹੈਡ ਟੂ ਦੀ ਬਲਦੇਵ ਟੂ ਵਰਕਿੰਗ ਐਜ਼ ਟੂ ਦੀ ਖਲਸੀ। ਵੀ ਜਿਹੜਾ ਖਲਸੀ ਦੀ ਤਰ੍ਹਾਂ ਉਹ ਕਿਉਂ ਰਹਿੰਦਾ ਸੀ। Baldev lived into the small tribal village. He was a poor man. He was belonged to the family of the farmers. He had a small rice field which could be not fulfill the needs of his family. So he had to be work as to the khalsi at to the small ਰੇਲਵੇ ਸਟੇਸ਼ਨ। ਕਹਿੰਦੇ ਜਿਹੜਾ ਬਲਦੇਵ ਸੀਗਾ ਉਹ ਇੱਕ ਛੋਟੇ ਆਦੀਵਾਸੀ ਪਿੰਡ ਤੋਂ ਬਿਲੋਂਗ ਕਰਦਾ ਸੀ। ਉਹ ਕਾਫੀ ਗਰੀਬ ਆਦਮੀ ਸੀਗਾ ਅਤੇ ਉਹਦਾ ਜਿਹੜਾ ਪਰਿਵਾਰ ਸੀ ਉਹ ਕਿਸਾਨ ਧਰਮ ਦੇ ਨਾਲ ਬਿਲੋਂਗ ਕਰਦਾ ਸੀ। ਉਹਨਾਂ ਨੇ ਆਪਣੇ ਇੱਕ ਰਾਈਸ ਬੀਜੇ ਸੀ ਛੋਟੇ ਛੋਟੇ ਖੇਤਾਂ ਦੇ ਵਿੱਚ, ਪਰ ਉਹ ਉਹਦੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾ ਰਹੇ ਸੀ। ਤਾਂ ਕਰਕੇ ਉਹਨੇ ਖਲਸੀ ਦਾ ਮਤਲਬ ਵੀ ਚੌਂਕੀਦਾਰੀ ਦਾ ਜਿਹੜਾ ਕੰਮ ਆ ਉਹ ਚੂਜ਼ ਕੀਤਾ ਤਾਂ ਜੋ ਕਿ ਆਪਣੇ ਫੈਮਿਲੀ ਨੂੰ ਵਧੀਆ ਲਾਈਫ ਦੇ ਸਕੇ। ਫੋਰਥ ਕੁਐਸਚਨ ਆ ਵਟ ਵਰ ਦੀ ਫੈਕਟਰਸ ਆਫ ਦੀ ਕੰਟਰੀਬਿਊਟ ਟੂ ਦੀ ਐਨੀਨਸ ਆਫ ਦੀ ਪਲੇਸਿਸ। ਵੀ ਇਹ ਪਲੇਸ ਦੇ ਬਾਰੇ ਕਿਹੜੀਆਂ ਅਜਿਹੀਆਂ ਚੀਜ਼ਾਂ ਸੀ ਜਿਹੜੀਆਂ ਉਹਨੂੰ ਸੁਣਨ ਨੂੰ ਮਿਲੀਆਂ। ਨੈਕਸਟ ਆਫ ਦੀ ਸਮॉल ਰੇਲਵੇ ਸਟੇਸ਼ਨ ਦੇਅਰ ਵਾਜ਼ ਅ ਡੀਪ ਕਟਿੰਗ ਆਫ ਦੀ ਲੈਡ ਆਫ ਦੀ ਟਰਨਲ ਦੀ ਕਟਿੰਗ ਆਫ ਟੂ ਦੀ ਸ਼ੇਅਰਸ ਰੌਕਸ balls to whirring high above of the rails. The cutting and the entrance of the tunnels look very humble at the night. The most flattering things was this, it was to the belief that the animal visit at the place frequently। ਕਹਿੰਦੇ ਜਿਹੜਾ ਇਹ ਛੋਟਾ ਜਿਹਾ ਸਟੇਸ਼ਨ ਸੀਗਾ ਜਿਹੜਾ ਕਿ ਚੱਟਾਨਾਂ ਨੂੰ ਤੋੜ ਕੇ ਇੱਕ ਤੰਗ ਜਿਹਾ ਰਸਤਾ ਬਣਾਇਆ ਗਿਆ ਸੀ, ਉਹਦੇ ਵਿੱਚ ਇੱਕ ਸੁਰੰਗ ਬਣਾਈ ਗਈ। ਇਸ ਰਸਤੇ ਦੇ ਉੱਤੇ ਜਿਹੜੀਆਂ ਰੇਲਵੇ ਸੀਗੀਆਂ, ਟ੍ਰੇਨਾਂ ਸੀਗੀਆਂ, 2 ਲਾਈਨਾਂ ਵਿਛਾਈਆਂ ਗਈਆਂ, ਬੜੀਆਂ ਤਿੱਖੀਆਂ ਜਿਹੀਆਂ ਸੀ, ਬੜੀਆਂ ਸ਼ਾਰਪ ਸੀਗੀਆਂ ਅਤੇ ਚੱਟਾਨਾਂ ਨੂੰ ਕੱਟ ਕੇ ਬਣਾਇਆ ਗਿਆ ਅਤੇ ਕਾਫੀ ਜ਼ਿਆਦਾ ਤੰਗ ਸੀਗਾ। ਤਾਂ ਇਹਦੇ ਵਿੱਚ ਪ੍ਰਵੇਸ਼ ਦੁਆਰ ਜਿਹੜਾ ਰਾਤ ਨੂੰ ਇਹ ਭਿਅੰਕਰ ਦਿਖਾਈ ਦਿੰਦਾ ਸੀਗਾ ਅਤੇ ਅਜਿਹਾ ਵੀ ਮੰਨਿਆ ਜਾਂਦਾ ਸੀ ਵੀ ਇੱਥੇ ਕੀ ਆ ਜੰਗਲੀ ਜਾਨਵਰ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਆ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਅਤੇ ਅਸੀਂ ਇਸ ਸੈਸ਼ਨ ਦੇ ਜਿਹੜਾ ਤੁਸੀਂ ਮੇਰਾ ਦੇਖਿਆ ਉਹਦੇ ਲਈ ਥੈਂਕ ਯੂ ਸੋ ਮੱਚ। ਤਾਂ ਆਈ ਹੋਪ ਤੁਹਾਨੂੰ ਵੀ ਇਹ ਸੈਸ਼ਨ ਜਿਹੜਾ ਉਹ ਪਸੰਦ ਆਇਆ ਹੋਊਗਾ। ਜੇਕਰ ਪਸੰਦ ਆਇਆ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਵੇਟ ਫॉर ਬ੍ਰਾਈਟ ਫਿਊਚਰ ਅਤੇ ਇਹਦੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।